ਇੱਕ ਵਾਰ ਦੀ ਗੱਲ ਹੈ, ਇੱਕ ਨਗਰ ਦੇ ਵਿੱਚ ਇੱਕ ਮੋਚੀ ਰਹਿੰਦਾ ਸੀ। ਉਹਦੇ ਮਾਂ-ਪਿਓ ਬਚਪਨ ਵਿੱਚ ਹੀ ਉਸਨੂੰ ਛੱਡ ਕੇ ਜਹਾਨ ਤੋਂ ਰੁਖਸਤ ਹੋ ਗਏ ਸਨ। ਕੱਲਾ ਹੀ ਪਲਿਆ ਸੀ। ਬਚਪਨ ਤੋਂ ਹੀ ਉਸਨੇ ਮੋਚੀ ਦਾ ਕੰਮ ਸਿੱਖ ਲਿਆ ਸੀ। ਉਸਨੂੰ ਹੁਨਰ ਬਹੁਤ ਸੀ, ਉਸ ਵਿੱਚ ਕਲਾ ਬਹੁਤ ਸੀ। ਉਹ ਸਕੂਲ ਨਹੀਂ ਸੀ ਜਾ ਸਕਿਆ, ਇਸ ਕਰਕੇ ਕੋਰਾ ਅਨਪੜ੍ਹ ਸੀ। ਪਰ ਉਸਨੂੰ ਪਰਮਾਤਮਾ ਦੀ ਲਿਵ ਬਹੁਤ ਲੱਗੀ ਸੀ। ਉਸਨੂੰ ਜਦ ਵੀ ਸਮਾਂ ਮਿਲਦਾ ਉਹ ਮਸਜਿਦ ਜਾ ਕੇ ਨਮਾਜ਼ ਸੁਣਿਆ ਕਰਦਾ। ਉਸਨੂੰ ਪੜ੍ਹਨੀ ਤਾਂ ਆਉਂਦੀ ਨਹੀਂ ਸੀ, ਪਰ ਸੁਣਦਾ ਜ਼ਰੂਰ ਸੀ। ਕਦੇ ਕੋਈ ਦਿਨ ਨਹੀਂ ਸੀ ਹੁੰਦਾ ਜਦੋਂ ਉਹ ਨਾਗਾ ਪੈਣ ਦੇਵੇ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ, ਉਸਨੇ ਕੁਛ ਰੁਪਈਏ ਜੋੜ ਕੇ ਕਿਵੇਂ ਨਾ ਕਿਵੇਂ ਕਰਕੇ ਇੱਕ ਕਮਰੇ ਵਾਲਾ ਇੱਕ ਘਰ ਲੈ ਲਿਆ। ਛੋਟਾ ਜਿਹਾ ਕਮਰਾ ਸੀ, ਨਾਲ ਛੋਟੀ ਜਿਹੀ ਰਸੋਈ ਤੇ ਛੋਟਾ ਜਿਹਾ ਵਿਹੜਾ। ਫਿਰ ਹੌਲੀ ਹੌਲੀ ਕਿਸੇ ਨੇ ਉਸਨੂੰ ਰਿਸ਼ਤਾ ਵੀ ਕਰਵਾ ਦਿੱਤਾ। ਉਸ ਦਾ ਵਿਆਹ ਹੋ ਗਿਆ। ਫਿਰ ਹੌਲੀ ਹੌਲੀ ਉਹ ਬਾਲ ਬੱਚੇ ਵਾਲਾ ਹੋ ਗਿਆ। ਪਰ ਅਜੇ ਵੀ ਉਹ ਕੰਮ ਉਹੀ ਕਰਦਾ ਸੀ, ਕਿਉਂਕਿ ਮੋਚੀ ਦੇ ਕੰਮ ਵਿੱਚ ਕਿੰਨੀ ਕੁ ਕਮਾਈ ਉਹ ਕਰ ਸਕਦਾ ਸੀ। ਜਿੱਥੇ ਉਸਦੇ ਕੰਮ ਕਰਨ ਵਾਲਾ ਅੱਡਾ ਸੀ, ਉੱਥੇ ਜਾਣ ਤੋਂ ਪਹਿਲਾਂ ਵੀ ਉਹ ਮਸਜਿਦ ਜਾਇਆ ਕਰਦਾ ਤੇ ਕੰਮ ਤੋਂ ਫਾਰਿਗ ਹੋ ਕੇ ਵਾਪਸ ਘਰ ਪਰਤਣ ਲੱਗਾ ਵੀ ਉਹ ਮਸਜਿਦ ਹੋ ਕੇ ਆਇਆ ਕਰਦਾ। ਇੱਕ ਉਸਦੀ ਆਦਤ ਹੋਰ ਸੀ। ਉਸਦੀ ਘਰਵਾਲੀ ਉਸਦੇ ਡੱਬੇ ਵਿੱਚ ਚਾਹੇ 2 ਰੋਟੀਆਂ ਪਾਉਂਦੀ ਜਾਂ 3, ਉਹ ਇੱਕ ਰੋਟੀ ਪਾਸੇ ਕੱਢ ਕੇ ਉਸਦੇ ਛੋਟੇ ਛੋਟੇ ਟੁਕੜੇ ਕਰਕੇ ਪੰਛੀਆਂ ਨੂੰ ਪਾਇਆ ਕਰਦਾ, ਪਰਿੰਦਿਆਂ ਨੂੰ ਪਾਇਆ ਕਰਦਾ, ਕਿਉਂਕਿ ਉਸਦਾ ਅੱਡਾ ਇੱਕ ਬੋਰਡ ਦੇ ਵਿਸ਼ਾਲ ਦਰਖਤ ਦੇ ਹੇਠ ਸੀ। ਸੋ ਉੱਥੇ ਕਾਫੀ ਸਾਰੀਆਂ ਚਿੜੀਆਂ, ਕਾਂ ਉਸਦੇ ਨਾਲ ਹੀ ਰਹਿੰਦੇ ਸਨ। ਇਸੇ ਤਰ੍ਹਾਂ ਇੱਕ ਦਿਨ ਇੱਕ ਵਪਾਰੀ ਤੁਰਦਾ ਫਿਰਦਾ ਆਪਣੇ ਬੂਟਾਂ ਦੀ ਮੁਰੰਮਤ ਕਰਵਾਉਣ ਉਸ ਮੋਚੀ ਦੇ ਕੋਲ ਆਇਆ। ਉਸਨੇ ਆਪਣੇ ਜੁੱਤੇ ਆ ਕੇ ਮੋਚੀ ਨੂੰ ਦਿੱਤੇ। ਮੋਚੀ ਨੇ ਜੁੱਤਿਆਂ ਦੀ ਮੁਰੰਮਤ ਕਰ ਦਿੱਤੀ ਤੇ ਉਹ ਵਪਾਰੀ ਥੋੜੇ ਸਮੇਂ ਲਈ ਬੋਰਡ ਦੇ ਦਰਖਤ ਹੇਠਾਂ ਆਰਾਮ ਕਰਨ ਲਈ ਬੈਠਾ ਹੋਇਆ ਸੀ, ਆਪਣਾ ਲੱਕ ਸਿੱਧਾ ਕਰ ਰਿਹਾ ਸੀ। ਜਦੋਂ ਮੁਰੰਮਤ ਕਰਕੇ ਉਹ ਫਾਰਿਗ ਹੋ ਗਿਆ ਤਾਂ ਉਸਨੇ ਰੋਟੀ ਖਾਣੀ ਸ਼ੁਰੂ ਕੀਤੀ। ਉਸਦੇ ਡੱਬੇ ਵਿੱਚੋਂ 2 ਸੁੱਕੀਆਂ ਹੋਈਆਂ ਰੋਟੀਆਂ ਨਿਕਲੀਆਂ। ਉਸਨੇ ਇੱਕ ਰੋਟੀ ਆਪਣੇ ਲਈ ਰੱਖ ਲਈ ਤੇ ਇੱਕ ਦੇ ਛੋਟੇ ਛੋਟੇ ਟੁਕੜੇ ਕਰਕੇ ਪੰਛੀਆਂ ਨੂੰ ਪਾ ਦਿੱਤੇ। ਹੁਣ ਉਹ ਵਪਾਰੀ ਸੀ, ਬਹੁਤ ਅਮੀਰ ਇਨਸਾਨ ਸੀ, ਪਰ ਬਹੁਤ ਦੂਰੋਂ ਚੱਲਿਆ ਸੀ, ਇਸ ਕਰਕੇ ਉਸਦੇ ਜੁੱਤੇ ਖਰਾਬ ਹੋਏ ਸਨ। ਉਹ ਅਮੀਰ ਵਪਾਰੀ ਇਸ ਚੀਜ਼ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ। ਉਸਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਹ ਕਹਿੰਦਾ, ਕਿੱਡਾ ਸਬਰ ਸੰਤੋਖ ਵਾਲਾ ਆਦਮੀ ਹੈ, ਕਿੱਡਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਆਦਮੀ ਹੈ, ਜਿਸ ਨੇ ਆਪ ਨੂੰ ਸ਼ਾਇਦ ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇਗੀ, ਪਰ ਆਪਣੇ ਜਿੰਨਾ ਹੀ ਇੱਕ ਹਿੱਸਾ ਕੱਢ ਕੇ ਪਰਿੰਦਿਆਂ ਦੇ ਨਾਮ ਕਰ ਦਿੱਤਾ। ਉਸਨੇ ਪੁੱਛਿਆ ਕਿ ਤੂੰ ਭਾਈ ਇਸ ਤਰ੍ਹਾਂ ਕਿਉਂ ਕੀਤਾ ਹੈ? ਤਾਂ ਅੱਗੋਂ ਮੋਚੀ ਨੇ ਉੱਤਰ ਦਿੱਤਾ ਕਿ ਹਰ ਰੋਜ਼ ਮੈਂ ਇਸੇ ਤਰ੍ਹਾਂ ਕਰਦਾ। ਇਹਨਾਂ ਨੂੰ ਹੁਣ ਮੇਰੀ ਆਦਤ ਪੈ ਗਈ ਹੈ। ਚਾਹੇ ਰੋਟੀ ਘਰੋਂ ਘੱਟ ਆਈ ਹੋਵੇ, ਚਾਹੇ ਸੁੱਕੀ ਆਈ ਹੋਵੇ, ਪਰ ਮੈਂ ਇਹਨਾਂ ਨਾਲ ਦਗਾ ਨਹੀਂ ਕਮਾ ਸਕਦਾ। ਮੈਂ ਇਹਨਾਂ ਨੂੰ ਆਦਤ ਪਾਈ ਹੈ ਤੇ ਮੈਂ ਇਹਨਾਂ ਨੂੰ ਨਾਲ ਭੋਜਨ ਕਰਾਉਣਾ ਹੀ ਕਰਾਉਣਾ ਹੁੰਦਾ ਹੈ। ਮੈਂ ਇਸ ਚੀਜ਼ ਦੇ ਵਿੱਚ ਪਰਮਾਤਮਾ ਦੀ ਰਜ਼ਾ ਮੰਨਦਾ ਹਾਂ। ਉਹ ਵਪਾਰੀ ਬਹੁਤ ਪ੍ਰਭਾਵਿਤ ਹੋਇਆ ਤੇ ਉਹ ਉਸਨੂੰ ਨਮਾਜ਼ ਦੀਆਂ ਕੁਝ ਆਇਤਾਂ ਸਿਖਾ ਗਿਆ। ਉਸਨੇ ਕਾਫੀ ਮਿਹਨਤ ਕੀਤੀ ਉਸ ਉੱਪਰ। ਸ਼ਾਮ ਤੱਕ ਉਸਦੇ ਕੋਲ ਬੈਠਾ ਰਿਹਾ, ਜਦੋਂ ਤੱਕ ਉਸਨੂੰ ਆਇਤਾਂ ਯਾਦ ਨਹੀਂ ਸਨ ਹੋਈਆਂ। ਤੇ ਜਦੋਂ ਉਹ ਵਪਾਰੀ ਉਸਨੂੰ ਪੈਸੇ ਦੇਣ ਲੱਗਾ ਤਾਂ ਮੋਚੀ ਨੇ ਦੋਵੇਂ ਹੱਥ ਜੋੜ ਦਿੱਤੇ। ਕਹਿੰਦਾ, ਤੂੰ ਜਿੱਡੀ ਵੱਡੀ ਚੀਜ਼ ਅੱਜ ਮੈਨੂੰ ਦੇ ਚੱਲਿਆ, ਮੈਂ ਹੁਣ ਤੇਤੋਂ ਪੈਸੇ ਕਿਵੇਂ ਲੈ ਸਕਦਾ? ਵਪਾਰੀ ਨੇ ਬਹੁਤ ਜ਼ੋਰ ਲਾਇਆ, ਪਰ ਉਸਨੇ ਪੈਸੇ ਨਾ ਲਏ। ਹੁਣ ਜਦੋਂ ਵੀ ਉਹ ਆਪਣੇ ਕੰਮ ਤੋਂ ਫਾਰਿਗ ਹੁੰਦਾ, ਆਇਤਾਂ ਦੇ ਰਾਹੀਂ ਪਰਮਾਤਮਾ ਦੀ ਉਸਤਤ ਕਰਿਆ ਕਰਦਾ। ਪਰ ਹੌਲੀ ਹੌਲੀ ਲੋਕ ਕੰਮ ਦੀ ਤਲਾਸ਼ ਵਿੱਚ ਦੂਜੇ ਸ਼ਹਿਰਾਂ ਵੱਲ ਜਾਣ ਲੱਗ ਪਏ ਤੇ ਮੋਚੀ ਦਾ ਕੰਮ ਘਟਣ ਲੱਗ ਪਿਆ। ਹੁਣ ਮੋਚੀ ਉਸ ਅੱਡੇ ਤੇ ਆ ਕੇ ਬੈਠਦਾ ਤਾਂ ਉਹਦੇ ਕੋਲ ਕੋਈ ਵੀ ਬੰਦਾ ਜੁੱਤੇ ਮੁਰੰਮਤ ਕਰਾਉਣ ਨਾ ਆਉਂਦਾ। ਅਜਿਹੀ ਹਾਲਤ ਹੋ ਗਈ ਕਿ ਉਸ ਇੱਕ ਦਿਨ ਅਜਿਹਾ ਆ ਗਿਆ ਕਿ ਉਸਦੇ ਕੋਲ ਖਾਣ ਲਈ ਕੁਝ ਵੀ ਨਾ ਬਚਿਆ। ਬੱਚੇ ਵਿਲਕਣ ਲੱਗੇ ਭੁੱਖ ਨਾਲ। ਘਰਵਾਲੀ ਉਸਨੂੰ ਕਹਿਣ ਲੱਗੀ ਕਿ ਤੁਸੀਂ ਵੀ ਨਾਲ ਦੇ ਸ਼ਹਿਰ ਜਾ ਕੇ ਕੰਮ ਕਰ ਲਵੋ। ਪਰ ਉਸਨੂੰ ਪਤਾ ਸੀ ਕਿ ਜੇ ਮੈਂ ਨਾਲ ਦੇ ਸ਼ਹਿਰ ਗਿਆ, ਜਿਨ੍ਹਾਂ ਨੂੰ ਮੈਂ ਕੰਮ ਕਰਕੇ ਮੁੜਾਂਗਾ ਤੇ ਬੱਚਿਆਂ ਦਾ ਭੁੱਖ ਨਾਲ ਉਦੋਂ ਤੱਕ ਬੁਰਾ ਹਾਲ ਹੋ ਜਾਣਾ ਹੈ, ਸ਼ਾਇਦ ਇਸ ਜਹਾਨ ਨੂੰ ਚਲੇ ਜਾਣ। ਉਸਦੀ ਘਰਵਾਲੀ ਨੇ ਕਿਹਾ ਕਿ ਇਸ ਤਰ੍ਹਾਂ ਕਰੋ ਕਿ ਅੱਜ ਆਪਣੇ ਗਵਾਂਢੀਆਂ ਦੇ ਘਰ ਦੇਗਾਂ ਪੱਕੀਆਂ ਨੇ, ਉਹਨਾਂ ਨੇ ਆਪਣੇ ਘਰ ਸਦਕਾ ਦੇਣ ਦੀ ਤਿਆਰੀ ਕੀਤੀ ਹੈ, ਜਾ ਕੇ ਤੁਸੀਂ ਵੀ ਕੁਛ ਲੈ ਆਓ। ਜੇ ਉਸਨੇ ਦੇਗ ਵਿੱਚੋਂ ਕੋਈ ਹਿੱਸਾ ਨਾ ਦਿੱਤਾ ਤਾਂ ਉਸ ਤੋਂ ਪੈਸੇ ਉਧਾਰੇ ਮੰਗ ਲੈਣਾ। ਉਸਨੂੰ ਕਹਿਣਾ ਕਿ ਪੈਸੇ ਮੋੜ ਦਿਆਂਗੇ। ਉਹ ਕਹਿੰਦਾ, ਮੈਂ ਕਰ ਤਾਂ ਨਹੀਂ ਸਕਦਾ, ਪਰ ਮੇਰੇ ਤੋਂ ਭੁੱਖੇ ਬੱਚਿਆਂ ਦਾ ਮੂੰਹ ਨਹੀਂ ਦੇਖਿਆ ਜਾਂਦਾ, ਇਸ ਕਰਕੇ ਮੈਨੂੰ ਮੰਗਣ ਲਈ ਮਜਬੂਰ ਹੋਣਾ ਪੈ ਰਿਹਾ। ਜਾ ਕੇ ਉਸਨੇ ਗੁਆਂਢੀ ਨੂੰ ਕਿਹਾ ਕਿ ਮੇਰੇ ਬੱਚਿਆਂ ਦੀ ਹਾਲਤ ਬੁਰੀ ਹੈ, ਮੇਰੇ ਤੇ ਯਕੀਨ ਨਹੀਂ ਤਾਂ ਘਰ ਜਾ ਕੇ ਦੇਖ ਲੈ। ਪਰ ਉਹ ਗੁਆਂਢੀ ਸੀ ਜਿਹੜਾ, ਉਹ ਬਹੁਤ ਮਾੜੇ ਸੁਭਾਅ ਦਾ ਸੀ, ਬਹੁਤ ਹੰਕਾਰੀ ਆਦਮੀ ਸੀ। ਉਹਦੇ ਕੋਲੇ ਪੈਸਾ ਬਹੁਤ ਸੀ, ਪਰ ਉਹ ਕਦੀ ਕਿਸੇ ਨੂੰ ਦਾਨ ਨਹੀਂ ਸੀ ਕਰ ਸਕਦਾ, ਕਦੀ ਕਿਸੇ ਦਾ ਭਲਾ ਨਹੀਂ ਸੀ ਕਰ ਸਕਦਾ। ਉਸਨੇ ਧੱਕੇ ਮਾਰ ਕੇ ਉਸਨੂੰ ਬਾਹਰ ਕਰ ਦਿੱਤਾ। ਉਹ ਕਹਿੰਦਾ, ਮੈਂ ਅਮੀਰ ਹੋਇਆ, ਤੁਹਾਡੇ ਵਰਗੇ ਬੰਦਿਆਂ ਲਈ ਨਹੀਂ ਹੋਇਆ। ਜੇ ਮੈਂ ਇਸੇ ਤਰ੍ਹਾਂ ਆਪਦੀ ਧਨ, ਆਪਦੀ ਦੌਲਤ ਤੁਹਾਡੇ ਵਰਗੇ ਬੰਦਿਆਂ ਤੇ, ਗਰੀਬਾਂ ਤੇ, ਭੁੱਖਿਆਂ ਤੇ ਲੁਟਾਉਂਦਾ ਰਹਿੰਦਾ ਤਾਂ ਫਿਰ ਅੱਜ ਮੈਂ ਇੰਨਾ ਪੈਸਾ ਕਿਵੇਂ ਇਕੱਠਾ ਕਰ ਲੈਂਦਾ। ਉਸਨੇ ਧੱਕੇ ਮਾਰ ਕੇ ਉਸ ਮੋਚੀ ਨੂੰ ਘਰੋਂ ਬਾਹਰ ਕਰ ਦਿੱਤਾ। ਮੋਚੀ ਦੀ ਹਾਲਤ ਬੁਰੀ ਹੋ ਗਈ। ਧੱਕਿਆਂ ਤੋਂ ਬਾਅਦ ਉਹ ਡਿੱਗ ਪਿਆ ਸੀ। ਉਸਦੇ ਸਿਰ ਵਿੱਚੋਂ ਖੂਨ ਵਗਣ ਲੱਗ ਪਿਆ ਸੀ। ਪਰ ਫਿਰ ਉਸਨੂੰ ਲੱਗਾ ਕਿ ਮੈਨੂੰ ਇੱਕੇ ਵਾਰ ਘਰੇ ਨਹੀਂ ਜਾਣਾ ਚਾਹੀਦਾ। ਉਸਨੇ ਪਹਿਲਾਂ ਆਪਣਾ ਮੂੰਹ ਸਾਫ਼ ਕੀਤਾ, ਸਿਰ ਸਾਫ਼ ਕੀਤਾ, ਉਸ ਤੋਂ ਬਾਅਦ
ਮਸਜਿਦ ਚਲਾ ਗਿਆ, ਜਾ ਕੇ ਨਮਾਜ਼ ਸੁਣੀ। ਨਮਾਜ਼ ਸੁਣ ਕੇ ਇੱਕ ਕੋਨੇ ਵਿੱਚ ਬੈਠ ਗਿਆ। ਉੱਚੀ ਉੱਚੀ ਉਹੀ ਆਇਤ ਪੜ੍ਹਨ ਲੱਗਾ ਜਿਹੜਾ ਉਹ ਵਪਾਰੀ ਉਸਨੂੰ ਸਿਖਾ ਕੇ ਗਿਆ ਸੀ। ਉਹ ਆਇਤ ਪੜ੍ਹ ਰਿਹਾ ਸੀ ਤਾਂ ਉੱਥੋਂ ਇੱਕ ਹੋਰ ਕਿਸੇ ਦੂਰੋਂ ਦੇਸ਼ ਦਾ ਬਹੁਤ ਅਮੀਰ ਇਨਸਾਨ ਲੰਘ ਰਿਹਾ ਸੀ। ਉਹ ਅੰਦਰ ਆ ਗਿਆ। ਉਧਰੋਂ ਇਹ ਆਇਤ ਪੜ੍ਹ ਕੇ ਸਮਾਪਤੀ ਕਰਕੇ ਆਪਣੇ ਘਰ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਉਧਰੋਂ ਉਹ ਵਪਾਰੀ ਆ ਗਿਆ। ਕਹਿੰਦਾ, ਮੇਰੇ ਤੇ ਮੁਸੀਬਤ ਆਣ ਪਈ ਹੈ। ਅਸੀਂ ਵਪਾਰ ਕਰਨ ਲਈ ਬਹੁਤ ਕੀਮਤੀ ਸ਼ੈਆਂ ਲੈ ਕੇ ਆਏ ਸਾਂ, ਪਰ ਮੇਰਾ ਸਾਥੀ ਮੈਨੂੰ ਦਗਾ ਦੇ ਗਿਆ। ਉਹ ਇਸ ਜਹਾਨ ਤੋਂ ਚੱਲ ਵਸਿਆ। ਉਸਨੂੰ ਕੋਈ ਬਿਮਾਰੀ ਲੱਗ ਗਈ ਸੀ ਜਾਂ ਉਸਨੂੰ ਤੁਹਾਡੇ ਦੇਸ਼ ਦਾ ਵਾਤਾਵਰਨ ਮਾਫਕ ਨਹੀਂ ਆਇਆ, ਇਸ ਕਰਕੇ ਉਹ ਇਸ ਜਹਾਨੋਂ ਚਲਾ ਗਿਆ। ਮੈਨੂੰ ਇੱਕ ਬੰਦੇ ਦੀ ਸਖਤ ਜ਼ਰੂਰਤ ਹੈ, ਨਹੀਂ ਤਾਂ ਮੈਨੂੰ ਲੱਖਾਂ ਰੁਪਈਆਂ ਦਾ ਘਾਟਾ ਪੈ ਜਾਵੇਗਾ। ਤੇ ਮੈਂ ਵਾਅਦਾ ਕਰਦਾ ਹਾਂ, ਆਪਾਂ ਪਰਮਾਤਮਾ ਦੀ ਦਰਗਾਹ ਅੰਦਰ ਖੜੇ ਹਾਂ, ਕਿ ਮੈਂ ਤੇਰੇ ਨਾਲ ਕੋਈ ਧੋਖਾ ਨਹੀਂ ਕਰਾਂਗਾ। ਤੇਰਾ ਬਣਦਾ ਹੱਕ ਤੈਨੂੰ ਅਦਾ ਕਰਾਂਗਾ। ਮੋਚੀ ਨੂੰ ਉਸ ਦੀ ਗੱਲ ਬਹੁਤ ਵਧੀਆ ਲੱਗੀ। ਉਸਨੂੰ ਲੱਗਿਆ ਕਿ ਪਰਮਾਤਮਾ ਮੇਰੇ ਤੇ ਮਿਹਰਬਾਨ ਹੋ ਪਿਆ। ਮੋਚੀ ਨੇ ਉਸਨੂੰ ਸਾਰੀ ਵਿਥਿਆ ਸੁਣਾ ਦਿੱਤੀ। ਉਹ ਕਹਿੰਦਾ, ਚੱਲ ਠੀਕ ਹੈ, ਪਹਿਲਾਂ ਇਸ ਤਰ੍ਹਾਂ ਕਰ, ਖਾਣ ਪੀਣ ਦਾ ਸਮਾਨ ਲੈ ਕੇ ਘਰੇ ਦੇ ਆ, ਤਦ ਤੱਕ ਮੈਂ ਤੇਰਾ ਇੱਥੇ ਇੰਤਜ਼ਾਰ ਕਰਦਾ। ਉਹ ਖਾਣ ਪੀਣ ਦਾ ਸਮਾਨ ਲੈ ਕੇ ਆਪਣੇ ਬੱਚਿਆਂ ਨੂੰ ਦੇ ਆਇਆ ਤੇ ਨਾਲੇ ਕਹਿ ਆਇਆ ਕਿ ਹੁਣ ਮੈਂ ਇਹ ਕੰਮ ਤੋਂ ਬਿਨਾਂ ਦੂਜੇ ਕੰਮ ਵੱਲ ਧਿਆਨ ਦੇਵਾਂਗਾ। ਮੈਂ ਇੱਕ ਵਪਾਰੀ ਦੇ ਨਾਲ ਵਪਾਰ ਦੇ ਵਿੱਚ ਹੱਥ ਵਟਾਵਾਂਗਾ ਤੇ ਹੁਣ ਇਹ ਸੰਭਵ ਹੈ ਕਿ ਮੈਂ ਕਈ ਦਿਨਾਂ ਬਾਅਦ ਘਰ ਆਇਆ ਕਰਾਂ। ਇਸੇ ਤਰ੍ਹਾਂ ਹੀ ਹੋਇਆ। ਉਹ ਵਪਾਰੀ ਦੇ ਨਾਲ ਚਲਿਆ ਗਿਆ। ਫਿਰ ਇਸੇ ਤਰ੍ਹਾਂ ਹੁੰਦਾ ਕਿ ਉਹ ਕਦੀ ਹਫ਼ਤੇ ਬਾਅਦ, ਕਦੀ 15 ਦਿਨਾਂ ਬਾਅਦ, ਕਦੀ ਮਹੀਨੇ ਬਾਅਦ ਘਰ ਆਇਆ ਕਰਦਾ, ਪਰ ਕਾਫੀ ਕਮਾਈ ਕਰਿਆ ਕਰਦਾ। ਬੱਚਿਆਂ ਦੀ ਜ਼ਰੂਰਤ ਜਿੰਨਾ ਸਮਾਨ ਉਹਨਾਂ ਨੂੰ ਖਰੀਦ ਕੇ ਦੇ ਜਾ ਕਰਦਾ ਤੇ ਬਾਕੀ ਪੈਸਾ ਆਪਣੇ ਕੋਲ ਸੁਰੱਖਿਅਤ ਰੱਖਿਆ ਕਰਦਾ। ਹੌਲੀ ਹੌਲੀ ਜਦੋਂ ਉਸ ਦੀਆਂ ਕਮਾਈਆਂ ਬਹੁਤ ਜ਼ਿਆਦਾ ਵੱਧ ਗਈਆਂ, ਫਿਰ ਉਸਨੇ ਚੰਗੇ ਇਲਾਕੇ ਦੇ ਵਿੱਚ ਇੱਕ ਵਧੀਆ ਘਰ ਲੈ ਲਿਆ। ਹਮੇਸ਼ਾ ਜਦੋਂ ਉਹ ਵਪਾਰ ਵੀ ਕਰਿਆ ਕਰਦਾ, ਉਦੋਂ ਵੀ ਉਹਨਾਂ ਆਇਤਾਂ ਦਾ ਗੁਣਗਾਨ ਜ਼ਰੂਰ ਕਰਿਆ ਕਰਦਾ। ਹੁਣ ਉਸਦੇ ਕੋਲ ਕੰਮਾਂ ਕਾਰਾਂ ਦੇ ਲਈ ਨੌਕਰ ਚਾਕਰ ਵੀ ਆ ਗਏ। ਉਸਨੇ ਬੱਚੇ ਵੀ ਚੰਗੀਆਂ ਥਾਵਾਂ ਤੇ ਪੜ੍ਹਾਉਣੇ ਸ਼ੁਰੂ ਕਰ ਦਿੱਤੇ। ਪਰ ਪਰਮਾਤਮਾ ਦਾ ਚੇਤਾ ਉਸਨੂੰ ਕਦੇ ਨਹੀਂ ਭੁੱਲਿਆ। ਉਹ ਹਮੇਸ਼ਾ ਪਰਮਾਤਮਾ ਦਾ ਸ਼ੁਕਰ ਅਦਾ ਕਰਦਾ ਕਿ ਇੱਕ ਵੇਲਾ ਸੀ, ਸ਼ਾਇਦ ਭੁੱਖ ਕਾਰਨ ਮੇਰੇ ਬੱਚੇ ਨਾ ਜਿਉਂਦੇ ਰਹਿੰਦੇ, ਤੇ ਮੇਰੀ ਪਰਮਾਤਮਾ ਨੇ ਉਸ ਵੇਲੇ ਬਾਂਹ ਫੜੀ ਤੇ ਅੱਜ ਮੈਂ ਇੱਥੋਂ ਤੱਕ ਆ ਗਿਆ। ਮੇਰੇ ਕੋਲੇ ਆਪਣਾ ਘਰ ਹੈ, ਘੋੜੇ ਨੇ, ਜਗੀਰ ਜਾਇਦਾਦ, ਸਾਰਾ ਕੁਝ ਬਣ ਗਿਆ। ਇਸ ਕਰਕੇ ਉਹ ਪਰਮਾਤਮਾ ਦਾ ਨਾਮ ਸਿਮਰਨ ਹਮੇਸ਼ਾ ਕਰਿਆ ਕਰਦਾ। ਤੇ ਇੱਕ ਦਿਨ ਰਾਤ ਦਾ ਵੇਲਾ, ਬਾਰਿਸ਼ ਹੋ ਰਹੀ, ਉਸ ਦੇ ਦਰਵਾਜ਼ੇ ਦੇ ਉੱਤੇ ਕੋਈ ਆਣ ਖੜਾ ਹੋਇਆ। ਨੌਕਰ ਨੇ ਦਰਵਾਜ਼ਾ ਖੋਲ੍ਹਿਆ। ਮੋਚੀ ਵੀ ਦੇਖ ਕੇ ਹੈਰਾਨ ਹੋਇਆ ਕਿ ਇਸ ਵੇਲੇ ਸਾਡੇ ਘਰ ਕੌਣ ਆ ਗਿਆ। ਮੋਚੀ ਨੇ ਜਦੋਂ ਉਸ ਨੂੰ ਥੱਲੇ ਆ ਕੇ ਆਪਣੇ ਕਮਰੇ 'ਚੋਂ ਦੇਖਿਆ ਤਾਂ ਇਹ ਉਹੀ ਸ਼ਖਸ ਸੀ ਜਿਸ ਨੇ ਉਸ ਨੂੰ ਧੱਕੇ ਮਾਰ ਕੇ ਕਿਸੇ ਵੇਲੇ ਬਾਹਰ ਕੱਢਿਆ ਸੀ। ਮੋਚੀ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਇਸ ਨੂੰ ਚੰਗੇ ਬਸਤਰ ਵੀ ਪਹਿਨਣ ਨੂੰ ਦਿਓ, ਇਸ ਨੂੰ ਚੰਗਾ ਖਾਣਾ ਵੀ ਦਿਓ, ਇਸ ਦੀ ਆਓ ਭਗਤ ਕਰੋ। ਜਦੋਂ ਉਸਨੇ ਦੇਖਿਆ ਉਸ ਇਨਸਾਨ ਨੇ ਕਿ ਇਹ ਉਹ ਮੋਚੀ ਹੈ, ਤਾਂ ਉੱਚੀ ਉੱਚੀ ਰੋਣ ਲੱਗ ਪਿਆ। ਉਸਦੇ ਪੈਰਾਂ ਵਿੱਚ ਡਿੱਗ ਪਿਆ, ਕਹਿੰਦਾ, ਮੈਨੂੰ ਮਾਫ਼ ਕਰ ਦੇ। ਤਾਂ ਮੋਚੀ ਨੇ ਉੱਤਰ ਦਿੱਤਾ ਕਿ ਮਾਫ਼ੀ ਮੇਰੇ ਤੋਂ ਨਾ ਮੰਗ, ਮਾਫ਼ੀ ਉਸ ਕਾਦਰ ਤੋਂ ਮੰਗ ਜਿਸ ਨੇ ਤੈਨੂੰ ਇੱਕ ਚੰਗੀ ਭਲੀ ਥਾਂ ਤੋਂ ਇਹੋ ਜਿਹੀ ਥਾਂ ਤੇ ਸੁੱਟ ਦਿੱਤਾ ਲਿਆ ਕੇ ਕਿ ਜਿੱਥੇ ਤੇਰੇ ਕੋਲ ਕੱਪੜੇ ਪਾਉਣ ਲਈ ਵੀ ਪੈਸੇ ਨਹੀਂ। ਮਾਫ਼ੀ ਮੰਗ ਉਸ ਚੀਜ਼ ਤੋਂ ਜਿਸ ਨੇ ਤੈਨੂੰ ਹੰਕਾਰੀ ਬਣਾ ਦਿੱਤਾ ਸੀ ਤੇ ਹੁਣ ਤੈਨੂੰ ਭਿਖਾਰੀ ਬਣਾ ਦਿੱਤਾ ਹੈ। ਸੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਸਾਡੇ ਕੋਲੇ ਕਦੀ ਵੀ ਚਾਹੇ ਧਨ ਦੌਲਤ ਹੋਵੇ ਚਾਹੇ ਨਾ ਹੋਵੇ, ਸਾਨੂੰ ਹਮੇਸ਼ਾ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਤੇ ਬੇਨਤੀ ਹਮੇਸ਼ਾ ਪਰਮਾਤਮਾ ਅੱਗੇ ਕਰਨੀ ਚਾਹੀਦੀ ਹੈ। ਮੰਗ ਹਮੇਸ਼ਾ ਪਰਮਾਤਮਾ ਦੇ ਅੱਗੇ ਰੱਖਣੀ ਚਾਹੀਦੀ ਹੈ। ਅਰਦਾਸ ਹਮੇਸ਼ਾ ਪਰਮਾਤਮਾ ਦੇ ਅੱਗੇ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਬੰਦਾ ਬੰਦੇ ਨੂੰ ਕੁਝ ਨਹੀਂ ਦੇ ਸਕਦਾ। ਜੋ ਕੁਝ ਦੇਣਾ ਹੈ ਉਹ ਉੱਪਰ ਵਾਲੇ ਨੇ ਹੀ ਦੇਣਾ ਹੈ। ਉਹ ਸਾਰਾ ਕੁਝ ਉਸ ਦੇ ਹੱਥ ਵੱਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।